वाहिगुरु जी का खालसा वाहिगुरु जी की फतेह। आसावरी महला पंजवा। हर 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 गुनीहा जपिए सहज धुनीहा। सारिਆਂ ਨੂੰ हरे भरे ਕਰਨ वाले हरि परमेश्वर वाहिगुरु मन बाणी शरीर करके गुनी हाँ कहिए विचार ना करो ਅਤੇ ਸਹਿਜ ਸ਼ਾਂਤ ਵਾਲੀ ਧੁਨੀ ਹਾਂ ਭਾਵ ਆਵਾਜ਼ ਨਾਲ ਉਸਦੇ ਨਾਮ ਨੂੰ ਜਪਣਾ ਕਰੋ। ਸਾਧੂ ਰਸਨ ਭਨੀ ਹਾਂ ਛੂਟਨ ਬਿਦ ਸੁਨੀ ਹਾਂ। ਸਾਧੂ ਮਹਾਤਮਾ ਜਨਾਂ ਨੇ ਆਪਣੀ ਰਸਨ ਜੀਭਾ ਦੁਆਰਾ ਸ਼ਾਂਤੀ ਵਾਲੀ ਬਾਣੀ ਨੂੰ ਭਨੀ ਉਚਾਰਨ ਕੀਤਾ ਹੈ। ਉਹਨਾਂ ਦੀ ਸੰਗਤ ਦੁਆਰਾ ਬੰਧਨਾਂ ਤੋਂ ਛੂਟਨ ਬਿਦ ਸੁਨੀ ਹਾਂ। ਛੁੱਟਣ ਦੀ ਵਿਧੀ ਸੁਣੀ ਹੈ। ਪਾਈਐ ਵੱਡ ਪੁਨੀ ਮੇਰੇ ਮਨਾ ਰਹਾਉ। ਹੇ ਮੇਰੇ ਸਾਡੇ ਮਨਾ ਪਰੰਤੂ ਉਹ ਸੰਗਤ ਵੱਡੇ ਪੁੰਨਾ ਕਰਕੇ ਹੀ ਪ੍ਰਾਪਤ ਕਰੀਦੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਖੋਜਹਿ ਜਨ ਮੁਨੀਹਾ ਸਰਬ ਕਾ ਪ੍ਰਭ ਧਨੀਹਾ। ਜਿਸ ਪਰਮੇਸ਼ਵਰ ਵਾਹਿਗੁਰੂ ਜਨ ਭਗਤ ਅਤੇ ਮੁਨੀ ਮੰਨਣਸ਼ੀਲ ਮਹਾਤਮਾ ਸਾਰੇ ਖੋਜਦੇ ਉਹ ਪ੍ਰਭੂ ਪਰਮੇਸ਼ਰ ਸਾਰਿਆਂ ਦਾ ਧਨੀ ਮਾਲਕ ਹੈ। ਦੁਲੱਭ ਕਲ ਦੁਨੀਹਾ ਦੁਖ ਬਿਨਾਸਨੀਹਾ। ਕਲਯੁਗ ਦੀ ਦੁਨੀਆ ਵਿੱਚ ਪਰਮੇਸ਼ਰ ਦੇ ਨਾਮ ਦਾ ਮਿਲਣਾ ਬਹੁਤ ਦੁਲੱਭ ਕਠਿਨ ਹੈ। ਦੁਨੀਆ ਤਾਈਂ ਕਲਯੁਗ ਦਾ ਸਮਾਂ ਬਹੁਤ ਦੁਰਲੱਭ ਹੈ। ਪਰਮੇਸ਼ਰ ਦਾ ਨਾਮ ਸਾਰਿਆਂ ਦੁੱਖਾਂ ਨੂੰ ਵਿਨਾਸ਼ਨੀ ਕਹੀਏ ਨਾਸ਼ ਕਰਨ ਵਾਲਾ ਹੈ। ਪ੍ਰਭ ਪੂਰਨ ਆਸਨੀ ਮੇਰੇ ਮਨਾ। ਹੇ ਸਾਡੇ ਮਨਾ ਪ੍ਰਭੂ ਪਰਮੇਸ਼ਵਰ ਵਾਹਿਗੁਰੂ ਸਾਰਿਆਂ ਦੀਆਂ ਆਸਨੀ ਕਹੀਏ ਆਸਾਂ ਨੂੰ ਪੂਰਨ ਕਹੀਏ ਪੂਰੀਆਂ ਕਰਨ ਵਾਲਾ ਹੈ। ਮਨ ਸੋ ਸੇਵੀਐ ਹਾਂ। ਹੇ ਮਨਾ ਉਸ ਪਰਮੇਸ਼ਵਰ ਵਾਹਿਗੁਰੂ ਨੂੰ ਸੇਵਨਾ ਕਰ। ਅਲਖ ਅਭੇਵੀਐ ਹਾਂ। ਜੋ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਅਤੇ ਗੁਰਾਂ ਤੋਂ ਬਿਨਾਂ ਅਭੇਵੀਐ ਭੇਦ ਤੋਂ ਰਹਿਤ ਹੈ। ਤਾਂ ਸਿਓ ਪ੍ਰੀਤ ਕਰ ਹਾਂ ਬਿਨਸ ਨ ਜਾਏ ਮਰ ਹਾਂ। ਹੇ ਪਿਆਰੇ ਮਨਾ ਉਸ ਦੇ ਨਾਲ ਪ੍ਰੀਤੀ ਕਰ ਜੋ ਕਦੇ ਵੀ ਬਿਨਸ ਨਾਸ਼ ਨਹੀਂ ਹੁੰਦਾ ਅਤੇ ਨਾ ਹੀ ਕਿਤੇ ਮਰ ਕੇ ਜਾਂਦਾ ਹੈ। ਹੇ ਮਨਾ ਜੇਕਰ ਉਸ ਪਰਮੇਸ਼ਰ ਨਾਲ ਪ੍ਰੀਤੀ ਕਰੇਗਾ ਤਾਂ ਨਾ ਕਦੇ ਮਰ ਕੇ ਬਿਨਸਾਂਗੇ ਅਤੇ ਨਾ ਹੀ ਕਦੇ ਜਾਏ ਪੈਦਾ ਹੋਵਾਂਗੇ। ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ। ਹੇ ਪਿਆਰੇ ਮਨਾ ਗੁਰਾਂ ਤੋਂ ਹੀ ਇਹ ਗਿਆਨ ਜਾਣਨਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਸਾਡੇ ਮਨਾ ਗੁਰਾਂ ਤੋਂ ਜਾਣਨ ਕਰਕੇ ਮੇਰਾ ਮਨ ਹਿਰਦਾ ਪ੍ਰਭੂ ਦੇ ਸਰੂਪ ਵਿੱਚ ਮੰਨ ਗਿਆ ਹੈ। ਆਸਾਵਰੀ ਮਹੱਲਾ ਪੰਜਵਾ। ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ। ਹਾਂ ਤੋਂ ਭਾਵ ਹੇ ਪਿਆਰਿਆ ਏਕਾ ਇੱਕ ਪਰਮੇਸ਼ਰ ਦੀ ਟੇਕ ਓਟ ਗਹੋ ਗ੍ਰਹਿਣ ਕਰ। ਹਾਂ ਤੋਂ ਭਾਵ ਹੇ ਪਿਆਰਿਆ ਗੁਰ ਸਤਿਗੁਰਾਂ ਦਾ ਸ਼ਬਦ ਉਪਦੇਸ਼ ਕਹੋ ਉਚਾਰਨਾ ਕਰ। ਆਗਿਆ ਸਤ ਸਹੋ ਹਾਂ ਮਨਹਿ ਨਿਧਾਨ ਲਹੋ ਹਾਂ। ਹੇ ਪਿਆਰੇ ਮਹਾਰਾਜ ਦੀ ਆਗਿਆ ਰਜਾ ਨੂੰ ਸਤ ਸੱਚੀ ਕਰਕੇ ਸਹੋ ਸਹਿਣਾ ਕਰ ਭਾਵ ਭਾਣਾ ਮੰਨਣਾ ਕਰ। ਤਦ ਹੇ ਪਿਆਰੇ ਮਨਹਿ ਮਨ ਦੇ ਵਿੱਚੋਂ ਹੀ ਸਾਰੇ ਨਿਧਾਨ ਖਜ਼ਾਨੇ ਪਾ ਲੈਣਾ ਕਰੇਗਾ। ਮਨ ਦੇ ਵਿੱਚ ਹੀ ਸਾਰੇ ਨਿਧਾਨ ਖਜ਼ਾਨੇ ਹਨ ਉਹ ਲਹੋ ਲੈਣਾ ਕਰ। ਸੁਖ ਹੈ ਸਮਾਈਐ ਮੇਰੇ ਮਨਾ ਰਹਾਉ। ਹੇ ਮੇਰੇ ਸਾਡੇ ਮਨਾ ਇਉਂ ਸੁਖ ਸਰੂਪ ਵਿੱਚ ਸਮਾਈਐ ਅਭੇਦ ਹੋ ਜਾਈਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜੀਵਤ ਜੋ ਮਰੈ ਹਾਂ ਦੁਤਰ ਸੋ ਤਰੈ ਹਾਂ। ਹਾਂ ਤੂੰ ਭਾਵ ਹੇ ਪਿਆਰੇ ਜਿਹੜੇ ਜੀਵਤ ਭਾਵ ਵੱਲੋਂ ਮਰ ਗਏ ਹਨ। ਹੇ ਪਿਆਰੇ
ਉਹ ਪੁਰਸ਼ ਦੁੱਤਰ ਕਠਨ ਤਰਨ ਵਾਲੇ ਸੰਸਾਰ ਸਮੁੰਦਰ ਤੋਂ ਸੁਭਾਵਕ ਹੀ ਤਰ ਗਏ ਹਨ। ਸਭ ਕੀ ਰੇਨ ਹੋਏ ਹਾਂ, ਨਿਰਭਉ ਕਹੋ ਸੋਏ ਹਾਂ। ਹੇ ਪਿਆਰੇ, ਜੋ ਸਾਰਿਆਂ ਦੇ ਚਰਨਾਂ ਦੀ ਰੇਣ ਧੂੜ ਹੋਇਆ ਹੈ, ਹਾਂ ਤੋਂ ਭਾਵ ਹੇ ਪਿਆਰੇ ਉਹ ਪੁਰਸ਼ ਹੀ ਨਿਰਭਉ ਹੋਇਆ, ਭੈ ਤੋਂ ਰਹਿਤ ਕਹੀਦਾ ਹੈ। ਉਸ ਦੀ ਸ਼ੋਭਾ ਨਿਰਭੈਤਾ ਵਾਲੀ ਕਹੀਦੀ ਹੈ। ਮਿਟੇ ਅੰਦੇਸਿਆ ਹਾਂ, ਸੰਤ ਉਪਦੇਸਿਆ ਮੇਰੇ ਮਨਾ। ਹੇ ਪਿਆਰੇ, ਉਹਨਾਂ ਦੇ ਸਾਰੇ ਅੰਦੇਸਿਆ ਸੰਸੇ ਮਿਟ ਗਏ ਹਨ। ਹੇ ਮੇਰੇ ਸਾਡੇ ਮਨ, ਜਿਨ੍ਹਾਂ ਨੂੰ ਸੰਤ ਸ਼ਾਂਤ ਚਿਤ ਮਹਾਤਮਾ ਨੇ ਉਪਦੇਸਿਆ ਉਪਦੇਸ਼ ਦਿੱਤਾ ਹੈ। ਜਿਸ ਜਨ ਨਾਮ ਸੁਖ ਹਾਂ, ਤਿਸ ਨਿਕਟ ਨ ਕਦੇ ਦੁਖ ਹਾਂ। ਹਾਂ ਤੋਂ ਭਾਵ ਹੇ ਪਿਆਰੇ, ਜਿਸ ਜਨ ਪੁਰਸ਼ ਦੇ ਤਾਈਂ ਨਾਮ ਦਾ ਸੁਖ ਆਨੰਦ ਪ੍ਰਾਪਤ ਹੋਇਆ ਹੈ, ਹਾਂ ਹੇ ਪਿਆਰੇ, ਉਸ ਦੇ ਨਿਕਟ ਨੇੜੇ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਦੁੱਖ ਕਸ਼ਟ ਨਹੀਂ ਆਉਂਦਾ। ਜੋ ਹਰ ਹਰ ਜਸ ਸੁਨੇਹਾ, ਸਭ ਕੋ ਤਿਸ ਮੰਨੇਹਾ। ਹੇ ਪਿਆਰੇ, ਜਿਹੜਾ ਹਰੀ ਪਰਮੇਸ਼ਵਰ ਵਾਹਿਗੁਰੂ ਕੀਰਤਨ ਨੂੰ ਸੁਣਦਾ ਹੈ, ਹੇ ਪਿਆਰੇ, ਉਸ ਪੁਰਸ਼ ਨੂੰ ਸਾਰੇ ਕੋਈ ਮੰਨੇ ਕੀਏ ਮੰਨਦੇ ਹਨ। ਸਫਲ ਸੋ ਆਇਆ ਹਾਂ, ਨਾਨਕ ਪ੍ਰਭ ਭਾਇਆ ਮੇਰੇ ਮਨਾ। ਹੇ ਪਿਆਰੇ, ਸੋ ਉਸ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਸਾਡੇ ਮਨਾ, ਜੋ ਪ੍ਰਭ ਵਾਹਿਗੁਰੂ ਨੂੰ ਭਾ ਗਿਆ ਹੈ। ਆਸਾਵ ਰੀ ਮਹੱਲਾ ਪੰਜਵਾ। ਮਿਲ ਹਰ ਜਸ ਗਾਈਐ ਹਾਂ, ਪਰਮ ਪਦ ਪਾਈਐ ਹਾਂ। ਹੇ ਪਿਆਰੇ, ਸਤ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦਾ ਜਸ ਕੀਰਤਨ ਗਾਉਣਾ ਕਰੀਏ। ਹੇ ਪਿਆਰੇ, ਤਦ ਪਰਮ ਪਦ ਵੱਡੀ ਪਦਵੀ ਕੇਵਲ ਮੋਖ ਨੂੰ ਪਾ ਲਈਦਾ ਹੈ। ਓਆ ਰਸ ਜੋ ਵਿਦੇ ਹਾਂ, ਤਾ ਕੋ ਸਗਲ ਸਿਧੇ ਹਾਂ। ਹੇ ਪਿਆਰੇ, ਜਿਹੜੇ ਓਆ ਉਸ ਵਾਹਿਗੁਰੂ ਦੇ ਰਸ ਪ੍ਰੇਮ ਵਿੱਚ ਵਿਦੇ ਵਿੰਨੇ ਗਏ ਹਨ, ਹੇ ਪਿਆਰੇ, ਉਹਨਾਂ ਨੂੰ ਸਗਲ ਸਾਰੀਆਂ ਸਿੱਧੇ ਸਿੱਧੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ। ਅਨਦਿਨ ਜਾਗਿਆ ਹਾਂ, ਨਾਨਕ ਬੜ ਭਾਗਿਆ ਮੇਰੇ ਮਨਾ ਰਹਾਉ। ਹੇ ਪਿਆਰੇ, ਜਿਹੜੇ ਅਨਦਿਨ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗਿਆ ਕੀਏ ਜਾਗ ਪਏ ਹਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਸਾਡੇ ਮਨਾ, ਉਹ ਪੁਰਸ਼ ਬੜ ਭਾਗਿਆ, ਵੱਡੇ ਭਾਗਾਂ ਵਾਲੇ ਹਨ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਸੰਤ ਪਗ ਧੋਈਐ ਹਾਂ, ਦੁਰਮਤ ਖੋਈਐ ਹਾਂ। ਹੇ ਪਿਆਰੇ, ਸ਼ਾਂਤ ਚਿਤ ਮਹਾਂਪੁਰਖਾਂ ਦੇ ਚਰਨਾਂ ਨੂੰ ਧੋਣਾ ਕਰੀਏ। ਹੇ ਪਿਆਰੇ, ਤਦ ਦੁਰਮਤ ਖੋਟੀ ਮਤ ਖੋਈਐ ਕਹੀਏ ਗਵਾ ਲਈਦੀ ਹੈ। ਦਸ ਹੈ ਰੇਨ ਹੋਏ ਹਾਂ, ਵਿਆਪੈ ਦੁਖ ਨ ਕੋਏ ਹਾਂ। ਹੇ ਪਿਆਰੇ, ਮਹਾਰਾਜ ਦੇ ਦਸ ਹੈ ਕਹੀਏ ਸੇਵਕਾਂ ਦੀ ਰੇਨ ਧੂੜ ਹੋਣਾ ਕਰੀਏ। ਹਾਂ ਹੇ ਪਿਆਰੇ, ਫਿਰ ਕੋਈ ਵੀ ਦੁੱਖ ਕਸ਼ਟ ਨਹੀਂ ਵਿਆਪੈ ਲੱਗਦਾ ਹੈ। ਭਗਤਾਂ ਸਰਨ ਪਰ ਹਾਂ, ਜਨਮ ਨ ਕਦੇ ਮਰ ਹਾਂ। ਹੇ ਪਿਆਰੇ, ਮਹਾਰਾਜ ਦੇ ਭਗਤਾਂ ਸੇਵਕਾਂ ਦੀ ਸਰਨ ਓਟ ਪਨਾਹ ਵਿੱਚ ਪੈਣਾ ਕਰ। ਫਿਰ ਹੇ ਪਿਆਰੇ, ਨਾ ਕਦੇ ਜਨਮ ਧਾਰੀਦਾ ਹੈ, ਨਾ ਹੀ ਕਦੇ ਮਰ ਮੌਤ ਹੋਵੇਗੀ। ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਈਦਾ ਹੈ। ਅਸਥਿਰ ਸੇ ਭਏ ਹਾਂ, ਹਰ ਹਰ ਜਿਨ ਜਪ ਲਏ ਮੇਰੇ ਮਨਾ। ਹੇ ਪਿਆਰੇ, ਉਹੀ ਵਾਹਿਗੁਰੂ ਦੇ ਸਰੂਪ ਵਿੱਚ ਅਸਥਿਰ ਹੁੰਦਾ ਸਥਿਤ ਪਏ ਆ। ਹੇ ਮੇਰੇ ਸਾਡੇ ਮਨਾ, ਜਿਨ੍ਹਾਂ ਨੇ ਹਰੀ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ ਹੈ। ਸਾਜਨ ਮੀਤ ਤੂੰ ਹਾਂ, ਨਾਮ ਦਿਰੜਾਏ ਮੂੰਹ ਹਾਂ। ਹੇ ਮਹਾਰਾਜ ਸਾਡਾ, ਤੂੰ ਹੀ ਇਸ ਲੋਕ ਵਿੱਚ ਸਾਜਨ ਸੱਜਣ ਹੈ ਅਤੇ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਮੀਤ ਮਿੱਤਰ ਹੈ। ਹੇ ਮਹਾਰਾਜ, ਮੂੰਹ ਕਹੀਏ ਮੈਨੂੰ ਆਪਣਾ ਨਾਮ ਦਿਰੜਾਏ ਹਾਂ। ਦਿਰੜਾਏ ਹੁੰਦਾ ਦ੍ਰਿੜ ਕਰਾਉਣਾ ਕਰੋ, ਪੱਕਾ ਕਰਾਉਣਾ ਕਰੋ। ਤਿਸ ਬਿਨ ਨਾਹਿ ਕੋਇ ਹਾਂ, ਮਨਹਿ ਅਰਾਧ ਸੋਏ ਹਾਂ। ਉਸ ਪਰਮੇਸ਼ਰ ਤੋਂ ਬਗੈਰ
ਹੋਰ ਕੋਈ ਵੀ ਕਰਤਾ ਨਹੀਂ ਹੈ। ਇਸ ਕਰਕੇ ਉਸ ਪਰਮੇਸ਼ਰ ਨੂੰ ਮਨਹਿ ਮਨ ਵਿੱਚ ਆਰਾਧਨਾ ਕਰੋ। ਨਿਮਖ ਨਾ ਵਿਸਰੈ ਹਾਂ, ਤਿਸ ਬਿਨ ਕਿਉ ਸਰੈ ਹਾਂ। ਨਿਮਖ ਅੱਖ ਦੇ ਖੋਲ੍ਹਣ ਮੀਚਣ ਦੇ ਸਮੇਂ ਜਿੰਨਾ ਵੀ ਵਿਸਰੈ ਭੁੱਲਣਾ ਨਾ ਕਰੋ। ਉਸ ਪਰਮੇਸ਼ਰ ਤੋਂ ਬਗੈਰ ਕਿਵੇਂ ਸਰੈ ਨਿਰਵਾਹ ਹੋ ਸਕਦਾ ਹੈ? ਕਿਵੇਂ ਕੋਈ ਕਾਰਜ ਸਰੈ ਪੂਰਾ ਹੋ ਸਕਦਾ ਹੈ? ਗੁਰ ਕਉ ਕੁਰਬਾਨ ਜਾਉ ਹਾਂ, ਨਾਨਕ ਜਪੇ ਨਾਉ ਮੇਰੇ ਮਨਾ। ਹੇ ਪਿਆਰੇ, ਆਪਣੇ ਗੁਰ ਸਤਿਗੁਰਾਂ ਤਾਈਂ ਕੁਰਬਾਨ ਸਦਕੇ ਜਾਉ ਜਾਣਾ ਕਰਦਾ ਹਾਂ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਸਾਡੇ ਮਨਾ, ਜਿਨ੍ਹਾਂ ਗੁਰਾਂ ਦੀ ਮਿਹਰ ਸਦਕਾ ਪ੍ਰਭੂ ਦਾ ਨਾਮ ਜਪੀਦਾ ਹੈ। ਆਸਾਵਰੀ ਮਹੱਲਾ ਪੰਜਵਾ। ਕਾਰਨ ਕਰਨ ਤੂੰ ਹਾਂ, ਅਵਰ ਨ ਸੁਝੈ ਮੂਹਾ। ਹੇ ਪਰਮੇਸ਼ਰ, ਤੂੰ ਹੀ ਸਾਰੇ ਕਾਰਨਾਂ ਦੇ ਕਰਨ ਵਾਲਾ ਹੈ। ਹਾਂ ਤੋਂ ਭਾਵ ਹੇ ਪਿਆਰੇ, ਮੂੰਹ ਕਹੀਏ ਮੇਰੇ ਤਾਈਂ ਤੁਹਾਡੇ ਤੋਂ ਬਿਨਾ ਕੋਈ ਅਵਰ ਹੋਰ ਕੋਈ ਨਹੀਂ ਸੁਝਦਾ ਦਿਸਦਾ। ਕਰਹਿ ਸੋ ਹੋਈਐ ਹਾਂ, ਸਹਿਜ ਸੁਖ ਸੋਈਐ ਹਾਂ। ਹੇ ਮਹਾਰਾਜ, ਜੋ ਤੁਸੀਂ ਕਰਹਿ ਤੋਂ ਭਾਵ ਕਰਦੇ ਹੋ ਉਹ ਹੀ ਹੋਈਐ ਹਾਂ ਹੁੰਦਾ ਹੈ। ਇਸ ਪ੍ਰਕਾਰ ਅਸੀਂ ਇਹ ਨਿਸ਼ਚਾ ਕਰਕੇ ਸਹਿਜ ਸੁਭਾਵਕ ਹੀ ਸੁਖ ਆਨੰਦ ਸਰੂਪ ਵਿੱਚ ਸੋਈਐ ਬਿਰਾਜਮਾਨ ਹੁੰਦੇ ਹਾਂ। ਧੀਰਜ ਮਨ ਭਏ ਹਾਂ, ਪ੍ਰਭ ਕੈ ਦਰ ਪਏ ਮੇਰੇ ਮਨਾ ਰਹਾਉ। ਆਪਣੇ ਮਨ ਹਿਰਦੇ ਵਿੱਚ ਧੀਰਜਤਾ ਦੇ ਸਹਿਤ ਹੋਏ ਹਾਂ। ਹੇ ਮੇਰੇ ਕਹੀਏ ਸਾਡੇ ਮਨਾ, ਅਸੀਂ ਉਸ ਪ੍ਰਭੂ ਪਰਮੇਸ਼ਰ ਦੇ ਸਤ ਸੰਗਤ ਰੂਪੀ ਦੁਆਰ ਵਿੱਚ ਪੈਣਾ ਕੀਤਾ ਹੈ ਰਹਾਉ। ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ। ਹਾਂ ਤੋਂ ਭਾਵ ਹੇ ਪਿਆਰੇ, ਜੋ ਸਾਧੂ ਮਹਾਤਮਾ ਜਨਾਂ ਦੀ ਸੰਗਮੇ ਸੰਗਤ ਇਕੱਤਰਤਾ ਵਿੱਚ ਗਏ ਹਨ, ਉਹ ਸੰਜਮੇ ਇੰਦਰੀਆਂ ਦਾ ਦਮਨ ਕਰਨ ਵਾਲੇ ਅਤੇ ਹਰ ਪਾਸਿਓਂ ਪੂਰਨ ਸੰਜਮੇ ਹਾਂ ਭਾਵ ਪੂਰੇ ਹਨ। ਜਬ ਤੇ ਛੁਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ। ਹਾਂ, ਜਦੋਂ ਤੋਂ ਆਪਾ ਭਾਵ ਹੰਕਾਰ ਛੁੱਟ ਗਿਆ ਹੈ, ਤਦੋਂ ਤੋਂ ਆਦਿ ਵਿਆਧੀ ਉਪਾਧੀ ਤਿੰਨੇ ਤਾਪ, ਇਹ ਸਾਰੇ ਹੀ ਤਾਪ ਮਿਟ ਗਏ ਹਨ। ਕਿਰਪਾ ਧਾਰੀਆ ਹਾਂ, ਪਤ ਰਖ ਬਨਵਾਰੀਆ ਮੇਰੇ ਮਨਾ। ਹੇ ਪਿਆਰਿਆ, ਇਹ ਪਰਮੇਸ਼ਰ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਹੈ। ਹੇ ਮੇਰੇ ਸਾਡੇ ਮਨਾ, ਇਸ ਪ੍ਰਕਾਰ ਬਨਵਾਰੀਆ ਸੰਸਾਰ ਬੰਦ ਦਾ ਮਾਲੀ ਭਾਵ ਪਰਮੇਸ਼ਵਰ ਵਾਹਿਗੁਰੂ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਰੱਖਦਾ ਹੈ। ਇਹੋ ਸੁਖ ਜਾਨੀਐ ਹਾਂ, ਹਰ ਕਰੇ ਸੋ ਮਾਨੀਐ ਹਾਂ। ਹੇ ਪਿਆਰੇ, ਇਹੋ ਹੀ ਸੁਖ ਜਾਨੀਐ ਜਾਣਨਾ ਕਰੀਏ। ਹਾਂ ਤੋਂ ਭਾਵ ਹੇ ਪਿਆਰੇ, ਜੋ ਹਰੀ ਪਰਮੇਸ਼ਵਰ ਵਾਹਿਗੁਰੂ ਕਰਦਾ ਹੈ ਉਹ ਹੀ ਭਲਾ ਕਰਕੇ ਮੰਨਣਾ ਕਰੀਏ। ਮੰਦਾ ਨਾਹਿ ਕੋਇ ਹਾਂ, ਸੰਤ ਕੀ ਰੇਨ ਹੋਏ ਹਾਂ। ਹੇ ਪਿਆਰੇ, ਕੋਈ ਵੀ ਮੰਦਾ ਬੁਰਾ ਸੰਕਲਪ ਨਾ ਉੱਠਣ ਦਈਏ। ਸੰਸਾਰ ਵਿੱਚ ਕਿਸੇ ਨੂੰ ਮੰਦਾ ਨਾ ਬੋਲਣਾ ਕਰੀਏ। ਹੇ ਪਿਆਰੇ, ਸ਼ਾਂਤ ਚਿੱਤ ਮਹਾਂਪੁਰਖਾਂ ਦੇ ਚਰਨਾਂ ਦੀ ਰੇਨ ਧੂੜ ਹੋਣਾ ਕਰੀਏ। ਜਿਨ੍ਹਾਂ ਸੰਤ ਜਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਵੀ ਮੰਦਾ ਨਹੀਂ ਹੈ, ਉਹਨਾਂ ਦੀ ਚਰਨ ਧੂੜ ਹੋਣਾ ਕਰੀਏ। ਆਪੇ ਜਿਸ ਰੱਖੈ ਹਾਂ, ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ। ਹੇ ਪਿਆਰੇ ਮਨਾ, ਜਿਸ ਦਾ ਹੀ ਪਰਮੇਸ਼ਰ ਆਪ ਰੱਖਿਆ ਕਰਦਾ ਹੈ, ਹੇ ਮੇਰੇ ਸਾਡੇ ਮਨਾ, ਉਹ ਪੁਰਸ਼ ਹੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਚਖਣਾ ਭਾਵ ਧਾਰਨ ਕਰਦਾ ਹੈ। ਜਿਸ ਕਾ ਨਾਹਿ ਕੋਇ ਹਾਂ, ਤਿਸ ਕਾ ਪ੍ਰਭੂ ਸੋਇ ਹਾਂ। ਜਿਸ ਮਨੁੱਖ ਦਾ ਕੋਈ ਵੀ ਰਾਖਾ ਨਹੀਂ ਹੈ, ਉਸ ਦਾ ਸੋਏ ਉਹ ਪ੍ਰਭੂ ਪਰਮੇਸ਼ਰ ਆਪ ਰੱਖਿਆ ਕਰਨ ਵਾਲਾ ਹੁੰਦਾ। ਅੰਤਰਗਤ ਬੁੱਝੈ ਹਾਂ, ਸਭ ਕਿਛ ਤਿਸ ਸੁਝੈ ਹਾਂ। ਜੋ ਅੰਦਰ ਦੀ ਹਿਰਦੇ ਵਿੱਚ ਗਤ ਪ੍ਰਾਪਤ ਰੂਪ ਹੈ, ਉਸ ਪ੍ਰਭੂ ਨੂੰ ਜਿਸ ਨੇ ਗੁਰਾਂ ਦੁਆਰਾ ਬੁੱਝ ਲੈਣਾ ਕੀਤਾ ਸਮਝ ਲੈਣਾ ਕੀਤਾ ਹੈ,
ਉਸ ਮਨੁੱਖ ਨੂੰ ਲੋਕ ਪਰਲੋਕ ਦਾ ਸਾਰਾ ਕੁਝ ਗਿਆਨ ਸੁੱਝ ਆਉਂਦਾ ਹੈ। ਪਤਤ ਉਧਾਰ ਲੇਹੁ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਹੇ ਪਿਆਰੇ, ਇਉਂ ਬੇਨਤੀ ਕਰਕੇ ਹੇ ਮਹਾਰਾਜ, ਮੈਨੂੰ ਪਤਿਤ ਪਾਪੀ ਨੂੰ ਸੰਸਾਰ ਸਮੁੰਦਰ ਤੋਂ ਉਧਾਰ ਤਾਰ ਲੈਣਾ ਕਰੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਸਾਡੇ ਮਨਾ, ਇਹੋ ਹੀ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰ। ਆਸਾਵ ਅਰੀ ਮਹੱਲਾ ਪੰਜਵਾ। ਇੱਕ ਤੁਕਾ। ਆਸਾਵਰੀ ਰਾਗਣੀ ਵਿੱਚ ਪੰਜਵੇਂ ਪਾਤਸ਼ਾਹ ਇੱਕ ਇੱਕ ਤੁਕ ਵਾਲੇ ਸ਼ਬਦ ਉਚਾਰਦੇ ਹੋਏ ਜਿਗਿਆਸੂ ਤਾਈਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਓਏ ਪਰਦੇਸੀਆ ਹਾਂ, ਸੁਨਤ ਸੰਦੇਸਿਆ ਹਾਂ ਰਹਾਉ। ਹਾਂ ਤੋਂ ਭਾਵ ਹੈ ਪਿਆਰੇ, ਤੂੰ ਓਏ ਉਸ ਆਤਮਾਨੰਦ ਸਰੂਪ ਰੂਪੀ ਪਰਦੇਸੀਆ ਦੇਸ਼ ਤੋਂ ਪਰੇ ਰਹਿਣ ਵਾਲਾ ਬਣਿਆ ਫਿਰਦਾ ਹੈ। ਹਾਂ ਤੋਂ ਭਾਵ ਹੈ ਪਿਆਰੇ, ਤੂੰ ਸਾਡੇ ਸੰਦੇਸਿਆ ਸੁਨੇਹੇ ਤਾਈਂ ਸੁਨਤ ਸੁਣਨਾ ਕਰ ਰਹਾਓ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜਾਸਿਓ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ। ਹਾਂ ਕਹੀਏ ਹੇ ਪਿਆਰੇ, ਜਾ ਜਿਨ੍ਹਾਂ ਪਦਾਰਥਾਂ ਸੰਸਾਰ ਨਾਲ ਤੂੰ ਰਚਿਤ ਮਿਚਿਤ ਖਚਿਤ ਹੋ ਰਿਹਾ। ਹੇ ਪਿਆਰੇ, ਇਹਨਾਂ ਸਾਰੇ ਪਦਾਰਥਾਂ ਆਦਿ ਨੂੰ ਸਾਰੇ ਕੋਈ ਇੱਥੇ ਹੀ ਛੱਡ ਕੇ ਚਲੇ ਗਏ। ਸੁਪਨਾ ਜਿਉ ਭਏ ਹਾਂ, ਹਰ ਨਾਮ ਜਿਨ ਲਏ। ਜਿਵੇਂ ਸੁਪਨਾ ਮਿਥਿਆ ਹੁੰਦਾ, ਝੂਠਾ ਹੁੰਦਾ, ਇਉਂ ਉਹਨਾਂ ਪੁਰਸ਼ਾਂ ਨੂੰ ਇਹ ਸੰਸਾਰ ਪਦਾਰਥ ਆਦਿ ਸੁਪਨੇ ਦੀ ਨਿਆਈ ਪ੍ਰਤੀਤ ਹੋਏ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਪਾਸੋਂ ਜਪ ਲੈਣਾ ਕੀਤਾ ਹੈ। ਹਰ ਤਜ ਅਨ ਲੱਗੇ ਹਾਂ, ਜਨਮਹਿ ਮਰ ਭਗੇ ਹਾਂ। ਜਿਹੜੇ ਪੁਰਸ਼ ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਅਨ ਦਵੈਤ ਵਿੱਚ ਲੱਗੇ ਹੋਏ ਆ, ਉਹ ਤਾਂ ਜਨਮਹਿ ਮਰ, ਜਨਮਹਿ ਕੀਏ ਜੰਮਦੇ ਮਰਦੇ ਹੋਏ ਜੂਨਾਂ ਵਿੱਚ ਹੀ ਭੱਗੇ ਕੀਏ ਭੱਜਦੇ ਰਹਿੰਦੇ ਹਨ। ਹਰ ਹਰ ਜਨ ਲਹੇ ਹਾਂ, ਜੀਵਤ ਸੇ ਰਹੇ ਹਾਂ। ਜਿਹੜੇ ਹਰ ਪਰਮੇਸ਼ਰ ਦੇ ਜਨ ਭਗਤਾਂ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਲਹੇ ਲੈਣਾ ਕੀਤਾ ਹੈ, ਹੇ ਪਿਆਰੇ, ਉਹ ਹੀ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਜੀਵਤ ਭਾਵ ਜਿਉਂਦੇ ਰਹੇ ਹਨ। ਜਿਸ ਹੈ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ। ਜਿਸ ਹੈ ਤੋਂ ਭਾਵ ਜਿਸ ਮਨੁੱਖ ਉੱਪਰ ਪ੍ਰਭੂ ਜੀ ਕਿਰਪਾਲੂ ਹੋਏ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਹੀ ਪਰਮੇਸ਼ਰ ਦਾ ਭਗਤ ਸੇਵਕ ਹੋਇਆ ਹੈ ਤੇ ਸੇਵਕ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਨਾਵਾ। ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਵਿਖੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਉਸ ਵੇਲੇ ਸਤਿਗੁਰਾਂ ਨੇ 9 ਸ਼ਬਦ ਗੌੜੀ ਰਾਗ ਵਿੱਚ ਉਚਾਰਨ ਕੀਤੇ। ਇਹ ਸ਼ਬਦ ਵੀ ਉੱਥੇ ਹੀ ਉਚਾਰਨ ਕੀਤਾ। ਇੱਕ ਜਿਗਿਆਸੂ ਸਿੱਖ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਦੁਖੀ ਹੋ ਕਰਕੇ ਬੇਨਤੀ ਕੀਤੀ ਤਾਂ ਗੁਰੂ ਪਾਤਸ਼ਾਹ ਜੀ ਉਸ ਨੂੰ ਉਪਦੇਸ਼ ਬਖਸ਼ਦੇ ਹਨ। ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ 9ਵੇਂ ਪਾਤਸ਼ਾਹ ਆਸਾ ਰਾਗ ਵਿੱਚ ਉਚਾਰਦੇ ਹਨ। ਪਹਿਲਾਂ ਜਿਗਿਆਸੂ ਸਿੱਖ ਦੀ ਹਾਲਤ ਕਥਨ ਕਰਦੇ ਹਨ। ਬਿਰਥਾ ਕਹੋ ਕੌਣ ਸਿਓ ਮਨ ਕੀ। ਹੇ ਮਹਾਰਾਜ, ਮੈਂ ਆਪਣੇ ਮਨ ਹਿਰਦੇ ਦੀ ਬਿਰਥਾ ਪੀੜਾ ਭਾਵ ਮਨ ਦੀ ਹਾਲਤ ਕੌਣ ਕਿਸ ਦੇ ਸਿਓ ਸਾਥ ਕਹਿਣਾ ਕਰਾਂ। ਲੋਭ ਗਰਸਿਓ ਦਸ ਹੂ ਦਿਸ ਧਾਵਤ, ਆਸਾ ਲਾਗਿਓ ਧਨ ਕੀ ਰਹਾਉ। ਹੇ ਮਹਾਰਾਜ, ਮੇਰਾ ਮਨ ਲੋਭ ਲਾਲਚ ਨੇ ਗਰਸਿਓ ਪਕੜਿਆ ਹੋਇਆ 10 ਹੂ ਦਿਸ ਦਸੇ ਹੀ ਦਿਸ਼ਾਵਾਂ ਵੱਲ ਪਦਾਰਥਾਂ ਦੀ ਪ੍ਰਾਪਤੀ ਲਈ ਦੌੜਦਾ ਫਿਰਦਾ ਹੈ ਅਤੇ ਹਰ ਵਕਤ ਧਨ ਦੌਲਤ ਦੀ ਆਸਾ ਇੱਛਾ ਵਿੱਚ ਹੀ ਲੱਗਿਆ ਹੋਇਆ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ।
सुख कै हेत बहुत दुख पावत, सेव करत जन जन की। सुख कै हेत दुनियावी विषय सुखां ਦੀ ਪ੍ਰਾਪਤੀ ਦੇ ਹੇਤ ਵਾਸਤੇ ਬੇਅੰਤ ਦੁੱਖ ਕਸ਼ਟ ਪਾਉਂਦਾ ਹੈ ਅਤੇ ਹਰੇਕ ਜਨ ਜਨ ਜਣੇ ਖਣੇ ਦੀ ਜਣੇ ਜਣੇ ਦੀ ਜਾਂ ਜਣੇ ਖਣੇ ਦੀ ਦਾਸਾਂ ਦੇ ਜਨ ਦਾਸਾਂ ਦੀ ਸੇਵ ਟਹਿਲ ਕਰਦਾ ਫਿਰਦਾ। ਦੁਆਰਹਿ ਦੁਆਰ ਸੁਆਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਜਿਉਂ ਕਹੀਏ ਜਿਸ ਪ੍ਰਕਾਰ ਸੁਆਨ ਕੂਕਰ ਦੁਆਰਹਿ ਦੁਆਰ ਬੂਹੇ ਬੂਹੇ ਤੇ ਡੋਲਦਾ ਭਟਕਦਾ ਫਿਰਦਾ, ਇਉਂ ਮਨ ਪਦਾਰਥਾਂ ਦੀ ਪ੍ਰਾਪਤੀ ਲਈ ਦਰ ਦਰ ਤੇ ਭਟਕਦਾ ਫਿਰਦਾ ਹੈ। ਇਸ ਮਨ ਨੂੰ ਰਾਮ ਪਰਮੇਸ਼ਰ ਦੇ ਭਜਨ ਸਿਮਰਨ ਦੀ ਉੱਕਾ ਹੀ ਸੁਧ ਗਿਆਤ ਨਹੀਂ ਹੈ। ਮਾਨਸ ਜਨਮ ਅਕਾਰਥ ਖੋਵਤ, ਲਾਜ ਨ ਲੋਕ ਹਸਨ ਕੀ। ਇਸ ਪ੍ਰਕਾਰ ਮੈਂ ਮਾਨਸ ਜਨਮ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ। ਲੋਕਾਂ ਦੇ ਹਸਨ ਹਾਸੀ ਕਰਨ ਦੀ ਲਾਜ ਸ਼ਰਮ ਵੀ ਨਹੀਂ ਆਉਂਦੀ। ਭਾਵ ਕਿ ਸੰਤ ਰਿਸ਼ੀ ਮੁਨੀ ਪਿੱਤਰ ਆਦਿ ਹੱਸਣਗੇ ਕਿ ਇਸ ਨੂੰ ਇਤਨਾ ਸੁੰਦਰ ਤੇ ਅਮੋਲਕ ਮਨੁੱਖਾ ਜਨਮ ਮਿਲਿਆ ਸੀ, ਪਰੰਤੂ ਇਸ ਨੇ ਵਿਕਾਰਾਂ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ। ਹੁਣ ਅੱਗੇ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਸਿੱਖਾ, ਜੇਕਰ ਤੂੰ ਦੁੱਖਾਂ ਤੋਂ ਛੁੱਟਣਾ ਚਾਹੁੰਦਾ ਹੈ ਤਾਂ ਫਿਰ ਹਰੀ ਪਰਮੇਸ਼ਰ ਦੇ ਜਸ ਕੀਰਤਨ ਨੂੰ ਕਿਉਂ ਨਹੀਂ ਗਾਉਂਦਾ, ਜਿਸ ਕਰਕੇ ਤੇਰੇ ਤਨ ਸਰੀਰ ਸੂਖਮ ਮਨ ਦੀ ਕੁਮਤ ਖੋਟੀ ਮਤ ਬਿਨਾਸ਼ੈ ਨਾਸ਼ ਹੋ ਜਾਵੇਗੀ। ਇਉਂ ਹਰੀ ਦੇ ਗੁਣ ਗਾਵੇਂਗਾ ਤਦ ਤੂੰ ਛੁਟਕਾਰਾ ਪਾ ਲਵੇਂਗਾ। ਸੋ ਇੱਥੋਂ ਤੱਕ ਕੁੱਲ 233 ਸ਼ਬਦ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਪਹਿਲੇ ਤੀਸਰੇ ਅਤੇ ਚੌਥੇ ਪਾਤਸ਼ਾਹ ਜੀ ਦੇ 67 ਸ਼ਬਦ ਆਏ ਹਨ, ਪੰਜਵੇਂ ਪਾਤਸ਼ਾਹ ਜੀ ਦੇ 163 ਸ਼ਬਦ ਆਏ ਹਨ ਤੇ ਇੱਕ ਸ਼ਬਦ ਨੌਵੇਂ ਪਾਤਸ਼ਾਹ ਜੀ ਦਾ ਹੈ। ਇਹਨਾਂ ਦੀ ਗਿਣਤੀ 231 ਬਣਦੀ ਹੈ ਅਤੇ ਦੋ ਸ਼ਬਦ ਆਸਾ ਰਾਗ ਦੇ ਸ਼ੁਰੂ ਵਿੱਚ 100 ਦਰ ਤੇ 100 ਪੁਰਖ ਆਏ ਹਨ। ਇਉਂ ਇੱਥੇ ਸ਼ਬਦਾਂ ਦਾ ਕੁੱਲ ਜੋੜ 233 ਹੋਇਆ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।